ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਪਾਟੀ ਸਾਹਿਬ, ਜੇ ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ, ਅੱਧਾ ਘੰਟਾ ਹੁਣ ਆਪਾਂ 25 ਮਿੰਟ ਲਾਵਾਂਗੇ, ਗੱਲਬਾਤ ਕਰਾਂਗੇ ਪਾਟੀ ਸਾਹਿਬ ਨਾਲ। ਪਾਟੀ ਸਾਹਿਬ, ਗੱਲਬਾਤ ਚੱਲ ਰਹੀ ਸੀ ਸਾਡੀ ਮਨਦੀਪ ਜਿਹੜੇ ਕੋ-ਹੋਸਟ ਨੇ ਵਤਨੋਂ ਦੂਰ ਦੇ, ਉਹਨਾਂ ਨਾਲ ਵੀ ਸਿਆਸੀ ਫਰਲੋ ਤੇ ਆਏ ਬਲਾਤਕਾਰੀ ਸਾਧ ਰਾਮ ਰਹੀਮ ਸਨਾਰੀਆ ਜੇਲ੍ਹ। ਹਾਂਜੀ, ਬਾਬਾ ਗੁਰਮੀਤ ਰਾਮ ਰਹੀਮ, ਬਾਬੇ ਬੜੇ ਨੇ ਇੱਥੇ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਸਿਆਸੀ ਫਰਲੋ ਤੇ ਆਏ ਸੀ, ਇਲੈਕਸ਼ਨ ਲੰਘ ਗਈ ਤੇ ਵਾਪਸ ਚਲੇ ਗਏ ਨੇ। ਆਂਦੇ ਹੁੰਦੇ ਆ ਵੀ ਦਾਣੇ ਮੁੱਕ ਗਏ, ਜਰਾਨੇ ਟੁੱਟ ਗਏ। ਨਹੀਂ, ਅੰਬ ਮੁੱਕ ਗਏ, ਜਰਾਨੇ ਟੁੱਟ ਗਏ, ਕੱਚੀ ਜਾਰੀ ਅੰਬੀਆਂ ਦੀ। ਹਾਏ 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 ਹਾਏ। ਹਾਂਜੀ ਜੀ, ਉਹ ਚਲੇ ਗਏ ਨੇ ਵਾਪਸ ਜੀ। ਅੱਜ ਬਕਾਇਦਾ ਤੌਰ ਤੇ 11:45 ਤੇ ਪੁੱਜੇ ਨੇ ਤੇ 11:50 ਤੇ ਆਪਣੇ ਉਹਨਾਂ ਨੇ ਪੁਰਾਣੇ ਘਰ ਦੇ ਵਿੱਚ ਪ੍ਰਵੇਸ਼ ਕਰ ਲਿਆ। ਅੱਛਾ, ਬਕਾਇਦਾ ਤੌਰ ਤੇ ਉਹਨਾਂ ਦੀ ਜਦੋਂ ਫਰਲੋ ਤੇ ਰਿਹਾ ਕੀਤਾ ਗਿਆ ਸੀ, ਇਸੇ ਸ਼ਰਤ ਤੇ ਕੀਤਾ ਗਿਆ ਸੀ ਵੀ ਤੁਸੀਂ ਜਿਹੜਾ ਤੁਹਾਡਾ ਆਸ਼ਰਮ ਗੁਰੂ ਗ੍ਰੰਥ ਉੱਥੇ ਰਹੋਗੇ, ਤੁਹਾਨੂੰ ਕੋਈ ਮਿਲੇਗਾ ਨਹੀਂ। ਇਹ ਕਾਦੀ ਫਰਲੋ? ਲੇਕਿਨ ਬੀਜੇਪੀ ਵਾਲੇ ਤੇ ਮਿਲਦੇ ਨੇ, ਕੋਈ ਹੋਰ ਲੀਡਰ ਮਾੜੇ ਮੋਟੇ ਮਿਲਦੇ ਨੇ ਵਾਕਫੀਤ ਵਾਲੇ, ਲੇਕਿਨ ਤੁਸੀਂ ਆਪਣੇ ਸ਼ਰਧਾਲੂਆਂ ਨੂੰ ਨਹੀਂ ਮਿਲ ਸਕੋਗੇ। ਅੱਜ ਬਕਾਇਦਾ ਤੌਰ ਤੇ ਸੰਸਦ ਦੇ ਵਿੱਚ ਉੱਥੇ ਇੱਕ ਵੱਡਾ ਸਮਾਗਮ ਕੀਤਾ ਗਿਆ ਤੇ ਸ਼ਾਇਦ ਉਹਨਾਂ ਲੋਕਾਂ ਨੂੰ ਉਮੀਦ ਸੀ ਕਿ ਬਾਬਾ ਜੀ ਇੱਥੇ ਆਉਣਗੇ ਤੇ ਸਾਨੂੰ ਸੰਬੋਧਨ ਕਰਨਗੇ, ਲੇਕਿਨ ਬਾਬਾ ਜੀ ਬਾਈਪਾਸ ਨਿਕਲ ਗਏ ਤੇ ਸਨਾਰੀਆ ਜੇਲ੍ਹ ਪਹੁੰਚੇ। ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਆ ਜਿਸ ਸਮਾਗਮ ਦੇ ਵਿੱਚ। ਲੇਕਿਨ ਸਵਾਲ ਇਹ ਪੈਦਾ ਹੁੰਦਾ ਵੀ ਦੋ ਕੇਸਾਂ ਦੇ ਵਿੱਚ, ਸਾਧਵੀਆਂ ਦੇ ਬਲਾਤਕਾਰ ਦੇ ਕੇਸ ਦੇ ਵਿੱਚ ਤੇ ਬਕਾਇਦਾ ਤੌਰ ਤੇ ਆਪਣੇ ਮੈਨੇਜਰ ਰਣਜੀਤ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਨੇ, ਉਮਰ ਕੈਦੀ ਤੇ 20 ਸਾਲ ਜੀ। ਦੋ ਕੇਸ ਜੇ ਮਗਰ ਪੈਂਡਿੰਗ ਹੋ ਰਹੇ ਗਏ ਕਿ ਛਤਰਪਤੀ ਜੀ ਬਹਿਸ ਵੀ ਹੋ ਚੁੱਕੀ ਪੱਤਰਕਾਰ ਦੀ, ਉਹਦੇ ਵਿੱਚ ਵੀ ਸਜ਼ਾ ਹੋਣ ਦੇ ਬੜੇ ਚਾਂਸ ਆ ਤੇ ਬਕਾਇਦਾ ਤੌਰ ਤੇ ਜਿਹੜੇ ਨਪੁੰਸਕ ਸਾਧੂ ਬਣਾਏ ਸੀ ਉਹ ਵੀ ਕੇਸ ਚੱਲ ਰਿਹਾ। ਲੇਕਿਨ ਫਿਰ ਵੀ ਫਰਲੋ ਮਿਲ ਜੇ, ਕਿਆ ਬਾਤ। ਇਹਨੂੰ ਕਹਿੰਦੇ ਸਿਆਸਤ। ਹਾਂ, ਸਈਆਂ ਕਹਿੰਦੇ ਮੂੰਗ ਦਾ ਨੱਕ, ਸਈਆਂ ਬੈ ਕੁਤਵਾਲ ਅਬ ਡਰ ਕਾਹੇਗਾ, ਅਬ ਡਰ ਕਾਹੇਗਾ। ਹੁਣ ਬਕਾਇਦਾ ਤੌਰ ਤੇ ਗੁਰਮੀਤ ਰਾਮ ਰਹੀਮ ਨੂੰ 7 ਤਰੀਕ ਨੂੰ ਜਿਹੜੀ ਪੈਰੋਲ ਦਿੱਤੀ, ਫਰਲੋ ਦਿੱਤੀ ਗਈ ਸੀਗੀ ਤੇ 27 ਤੱਕ ਹੈਗੀ ਸੀ ਤੇ ਬਕਾਇਦਾ ਤੌਰ ਤੇ ਜੇ ਵਾਪਸ ਚਲੇ ਗਏ ਨੇ। ਲੇਕਿਨ ਇਹਨਾਂ ਦੀ ਫਰਲੋ ਨੂੰ ਵੀ ਚੈਲੰਜ ਕੀਤਾ ਗਿਆ ਸੀ ਵੀ ਹਾਰਡ ਕੋਰ ਨੇ, ਇਹਨਾਂ ਨੂੰ ਇਹ ਚੈਲੰਜ ਕੀਤਾ ਗਿਆ ਸੀ ਵੀ ਇਹਨਾਂ ਨੂੰ Z+ ਸਿਕਿਉਰਿਟੀ ਕਾਹਦੀ। ਮੈਂ ਸੋਚਦਾ ਵੀ Z+ ਸਿਕਿਉਰਿਟੀ ਦੇਣ ਦੀ ਲੋੜ ਕੀ, ਜਦੋਂ ਬਾਹਰ ਨਿਕਲਣਾ ਨਹੀਂ ਉੱਥੋਂ ਤੇ ਜਾਣਾ ਕਿੱਥੇ ਆਪਾਂ। 300 ਬੰਦਾ ਤੁਸੀਂ ਓਦਾਂ ਲਾਤਾ ਉੱਥੇ, 100 ਬੰਦਾ ਦਿਨ ਨਾਲ ਡਿਊਟੀ ਕਰਦਾ ਸੀ ਉੱਥੇ 3 ਸ਼ਿਫਟਾਂ ਦੇ ਵਿੱਚ। ਇੰਨੀ ਸਿਕਿਉਰਿਟੀ ਤੇ ਮੈਂ ਕਿਹਾ ਸ਼ਾਇਦ ਪ੍ਰਧਾਨ ਮੰਤਰੀ ਨੂੰ ਲੱਗਦੀ ਹੋਵੇ ਜਦੋਂ ਕਿਤੇ ਬਾਹਰ ਅੰਦਰ ਜਾਂਦਾ, ਜਿੰਨੀ ਇਹਨੂੰ ਦਿੱਤੀ ਗਈ। ਇਸ ਕਰਕੇ ਬਕਾਇਦਾ ਤੌਰ ਤੇ ਇਹਨਾਂ ਦੀ ਅੱਜ ਪੂਰੀ ਹੋ ਗਈ ਸੀ। ਜਿਹੜਾ ਉਹ ਮੇਰਾ ਕੇਸ ਆਰਡਰ ਰੱਖਿਆ ਸੀ, ਹੁਕਮ 25 ਤਰੀਕ ਨੂੰ, ਉਹਦਾ ਹੁਣ ਬਕਾਇਦਾ ਤੌਰ ਤੇ ਆ ਜਾਏਗਾ ਵੀ ਭਾਈ ਵਾਪਸ ਚਲੇਗੀ, ਉਹਦੀ ਲੋੜ ਹੀ ਨਹੀਂ ਹੈਗੀ। ਜੀ ਜੀ ਜੀ, ਇਹਦੀ ਇੱਕ ਐਗਜ਼ਾਮਪਲ ਤੁਹਾਨੂੰ ਦੇਣ ਲੱਗਾ ਜੀ, ਪਲੀਜ਼। ਕਾਲਰ ਨੇ ਜਦੋਂ ਬਕਾਇਦਾ ਤੌਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਇੱਕ ਵਾਰੀ ਕੇਸ ਜਿਹੜੇ BEd ਟੀਚਰ ਭਰਤੀ ਕੀਤੇ, ਉਸ ਕੇਸ ਦੇ ਵਿੱਚ ਮੈਂ ਕਿਹਾ 50 ਬੰਦਿਆਂ ਨੂੰ ਸਜ਼ਾ ਹੋਈ ਸੀ ਜੀ। ਕੁਛ ਮਰ ਗਏ, ਕੁਛ ਫਸ ਗਏ, ਕੁਛ ਅੰਦਰ ਚਲੇ ਗਏ ਜੀ। ਉਹ ਚ ਮੁੱਖ ਮੰਤਰੀ ਨੂੰ ਅਗਲਾ ਨਾਲ ਭੇਜਦਾ ਸੀ ਜੀ, ਭੇਜਤਾ ਸੀ ਤੇ ਮੁੱਖ ਮੰਤਰੀ ਹੋਰੀ ਫਰਲੋ ਤੇ ਆਏ ਤੇ ਆ ਕੇ ਆਪਣਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰਤਾ ਜੀ। ਕਿਸੇ ਨੇ ਉਹਦੀਆਂ ਫੋਟੋ ਲਈਆਂ, ਵੀਡੀਓ ਲਈ ਤੇ ਬਕਾਇਦਾ ਤੌਰ ਤੇ ਹਾਈ ਕੋਰਟ ਚੈਲੰਜ ਕਰਤਾ ਕਿ ਇਹ ਬੰਦਾ ਦੇਖੋ ਜੀ ਫਰਲੋ ਤੇ ਆਇਆ ਸੀਗਾ, ਟਰੈਵਲ ਤੇ ਆਇਆ ਸੀਗਾ ਤੇ ਪ੍ਰਚਾਰ ਕਰ ਰਿਹਾ ਜੀ। ਜਦੋਂ ਪਤਾ ਲੱਗਾ ਵੀ ਹਾਈ ਕੋਰਟ ਸ਼ਿਕਾਇਤ ਚਲੇਗੀ, ਫਟਾਫਟ ਗੱਡੀ ਭਜਾਈ ਤਿਹਾੜ ਜੇਲ੍ਹ ਦੇ ਬਾਅਦ ਚਲੇ ਗਏ ਜੀ, ਮੈਂ ਤੇ ਆ ਗਿਆ ਵਾਪਸ ਜੀ। ਉਹਨਾਂ ਵੀ ਸਖਤ ਕਰ ਲਿਆ। ਮਗਰੋਂ ਜਦੋਂ ਤੇ ਸੁਣਵਾਈ ਹੋਈ, ਉਹ ਕਹਿੰਦੇ ਬੰਦਾ ਕਿੱਥੇ, ਕਹਿੰਦੇ ਜੇਲ੍ਹ ਚ। ਕਹਿੰਦਾ ਫਿਰ ਕੇਸ ਕਾਹਦਾ ਜੀ। ਜਦੋਂ ਬੰਦਾ ਹੀ ਜੇਲ੍ਹ ਚਲੇ ਗਿਆ ਫਿਰ ਕੇਸ ਕਿਹਦਾ? ਉਹ ਉਦੋਂ ਡਿਸਮਿਸ ਕਰਤੀ ਐਪਲੀਕੇਸ਼ਨ, ਅਰਜੀ ਦੀ ਲੋੜ ਹੀ ਨਹੀਂ ਹੈਗੀ। ਹੁਣ ਇਸੇ ਤਰ੍ਹਾਂ ਇੱਥੇ ਵੀ ਹੋਊਗਾ ਵੀ ਜਦੋਂ ਬੰਦਾ ਵਾਪਸ ਚਲੇ ਗਿਆ ਤਾਂ ਇਹਦੀ ਕੀ ਲੋੜ ਹੈਗੀ ਹੈ, ਇਹ ਵੀ ਡਿਸਮਿਸ ਕਰ ਦਿੰਦੇ ਆ। ਆਜੂਗਾ ਅੱਜ ਕੱਲ ਤੱਕ ਆਰਡਰ ਆਜੂਗਾ ਵੀ ਡਿਸਮਿਸ ਕੀਤੀ ਜਾਂਦੀ ਹੈ। ਚਲੋ, ਮਾਝੇ ਦੇ ਜੀ ਜੀ ਮਾਝੇ ਦੇ ਜਰਨੈਲ ਸਾਹਿਬ ਵੀ ਗਏ ਹੋਏ ਨੇ ਜੇਲ੍ਹ ਦੇ ਵਿੱਚ, ਮੁਲਾਕਾਤ ਕਰਨ ਤੋਂ ਇਨਕਾਰ, ਕਹਿੰਦੇ ਪਾਠ ਕਰਨਾ, ਮਹਾਨ ਸ਼ਖਸੀਅਤਾਂ ਦੀਆਂ
ਜੀਵਨੀਆਂ ਪੜ੍ਹਨੀਆਂ ਨੇ, ਪਰੰਤੂ ਉਸ ਤੋਂ ਪਹਿਲਾਂ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ। ਹਾਂਜੀ, ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਸਤਿ ਸ੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਜੀ ਵਿਰਸਾ, ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਤੁਸੀਂ ਤਾਂ ਜਿਵੇਂ ਕਹਿੰਦੇ ਸੀ ਵੀ ਹੋਣਾ ਕੀ ਹੋਣਾ, ਉਹ ਤਾਂ ਕੰਮ ਨਿਬੜ ਗਿਆ, ਉਹ ਜੇਲ੍ਹ ਅੰਦਰ ਪਹੁੰਚ ਗਿਆ ਤੇ ਆਪਣਾ ਕੰਮ ਕਰ ਗਿਆ। ਮੇਰਾ ਡਿਸਟ੍ਰਿਕਟ ਨਾ ਐਕਚੁਅਲੀ ਸੰਗਰੂਰ ਹੈ, ਅੱਛਾ ਜੀ। ਰਹਿੰਦਾ ਮੈਂ ਲੁਧਿਆਣਾ 40 ਸਾਲ ਦਾ ਵੈਸੇ। ਉਧਰੋਂ ਮੈਂ 3-4 ਇਲਾਕੇ 'ਚ ਆਪਣੇ ਪਤਾ ਕੀਤਾ, ਉਹ ਕਹਿੰਦੇ ਜੇ ਅਕਾਲੀਆਂ ਨੂੰ ਪੂਰੀ ਅਸਰ ਦੇ ਗਿਆ। ਅੱਛਾ। ਹਾਂਜੀ, ਚਲੋ ਇਹ ਤਾਂ ਛੱਡੋ। ਬਾਕੀ ਚਾਵਲਾ ਮੈਨੂੰ ਚਾਵਲਾ ਸਾਹਿਬ, ਤੁਸੀਂ ਹੁਣੇ ਦੱਸਦੇ ਸੀ ਵੀ ਜਿਹੜੀ +2 ਦੀ ਬੋਰਡ ਦੀ ਕਿਤਾਬ ਹੈ ਜਿਹੜੀ ਛਪੀ ਹੈ, ਜਿਹਦੇ 'ਚ ਸਿੱਖ ਧਰਮ ਬਾਰੇ ਤੇ ਸਿੱਖ ਇਤਿਹਾਸ ਬਾਰੇ ਤੋੜ ਮੋੜ ਕੇ ਕਿਹਾ ਗਿਆ ਹੈ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਹੈ। ਉਹ ਵੀ ਮੈਨੂੰ ਪਤਾ ਤਾਂ ਲੱਗਾ ਸੀ ਕੁੰਜੀ ਹੈ, ਜਿਵੇਂ ਆਪਣੇ ਕੁੰਜੀਆਂ ਹੁੰਦੀਆਂ ਨੇ, ਐਕਚੁਅਲੀ ਕਿਤਾਬ ਨਹੀਂ। ਪਰ ਤੁਸੀਂ ਹੁਣੇ ਕਿਹਾ ਸੀਗਾ ਵੀ ਉਹ SGPC ਨੇ ਲਿਖੀ ਹੈ। ਮੈਂ ਪੱਟੀ ਸਾਹਿਬ ਕੁਦਰਤੀ ਆ ਗਏ, ਤੁਸੀਂ ਮਗਰੋਂ, ਮੈਨੂੰ ਨਹੀਂ ਸੀ ਪਤਾ ਆਉਣਾ ਹੈ। ਤੇ ਮੈਂ ਕਿਹਾ ਹੁਣ ਪੁੱਛ ਲਈਏ ਵੀ SGPC ਨੂੰ ਵਿਚਕਾਰ ਇਹ ਕਿਤਾਬ ਲਿਖਣ ਦੀ ਲੋੜ ਕੀ ਪੈ ਗਈ, ਕਿਉਂ ਲਿਖੀ ਇਹਨੇ? ਇੱਕ ਨਹੀਂ 2-3 ਕੱਢ ਕੇ ਬੈਠੇ ਨੇ ਉੱਥੇ ਬਾਬੇ। ਹਾਂਜੀ ਪੱਟੀ ਸਾਹਿਬ, ਸਵਾਲ ਉਹ ਸੀ ਪਹਿਲੋਂ ਮੇਰਾ ਜਿਹੜਾ ਉਹ ਰਹਿ ਜਾਣਾ, ਕਿਉਂਕਿ ਉਹ ਕਿਤਾਬ ਵਾਲਾ ਮਾਮਲਾ ਲੰਬਾ ਆ ਤੇ ਵਤਨੋਂ ਦੂਰ ਦਾ ਸਮਾਂ ਜਿਹੜਾ ਆਪਣਾ 12 ਵਜੇ ਸਮਾਪਤ ਹੋ ਜਾਣਾ। ਫਿਰ ਆਪਾਂ ਉੱਦਾਂ ਬੈਠੇ ਰਵਾਂਗੇ ਤੇ ਭਾਵੇਂ ਘੰਟਾ ਬੈਠੇ ਰਹੀਏ। ਹੁਣ 4 ਘੰਟੇ ਤੇ ਵੈਸੇ ਵੀ ਬਹਿ ਲੈਣਾ, ਰਾਤ ਨੂੰ 4 ਘੰਟੇ ਬਹਿਣਾ ਆ। ਨਹੀਂ, ਬਹਿਸ ਨਹੀਂ ਕਰਨੀ, ਇੱਕ ਸਿੰਪਲ ਬਸ ਇੱਕੋ ਨਹੀਂ, ਬਹਿਸ ਵਾਲੀ ਗੱਲ ਕੋਈ ਨਹੀਂ ਜੀ। ਥੈਂਕ ਯੂ ਵੈਰੀ ਮਚ। ਹਾਂਜੀ ਪੱਟੀ ਸਾਹਿਬ, ਦੱਸ ਦਿਓ ਪਲੀਜ਼। ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਹੈ ਜੀ ਮਜੀਠੀਆ ਸਾਹਿਬ ਦੀ, ਉਹ ਬਕਾਇਦਾ ਤੌਰ ਤੇ ਜੇਲ੍ਹ ਤੇ ਗਏ ਨੇ ਤੇ ਕੁਝ ਲੋਕਾਂ ਨੇ ਕਿਹਾ ਮੁਲਾਕਾਤ ਕਰਨੀ, ਉਹਨਾਂ ਠੋਕ ਕੇ ਜਵਾਬ ਦਿੱਤਾ ਮੈਂ ਕਿਸੇ ਨਾਲ ਮੁਲਾਕਾਤ ਨਹੀਂ ਕਰਨੀ, ਜਦੋਂ ਲੋੜ ਮੈਂ ਬਣਾ ਲੂਗਾ। ਠੀਕ ਆ। ਤੇ ਨਾਲ ਤੁਹਾਨੂੰ ਪਤਾ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਜੇਲ੍ਹ 'ਚ ਭੇਜਿਆ ਸੀ ਤੇ ਕੈਪਟਨ ਸਾਹਿਬ ਨੇ ਬਕਾਇਦਾ ਤੌਰ ਤੇ ਉਹਨਾਂ ਦੀ ਜਿਹੜੀ ਸੈੱਲ ਸੀ ਉਸ ਨਾਲ ਇੱਕ ਅਟੈਚ ਬਾਥਰੂਮ ਤੇ ਲੈਟਰ ਬਣਵਾਈ ਸੀ। ਹੁਣ ਇਹਨਾਂ ਦਾ ਵੀ ਸੈੱਲ ਵੱਖਰਾ ਵਾ, ਬਾਕੀ ਕੈਦੀਆਂ ਤੋਂ ਵੱਖਰਾ ਵਾ। ਔਰ ਜੇ ਕਿਤੇ ਬਾਕੀ ਕੈਦੀਆਂ 'ਚ ਰੱਖ ਲੈਣ ਤੇ ਸ਼ਾਇਦ ਇਹਨਾਂ ਦੀ ਕੁੱਟਮਾਰੀ ਹੋ ਜਾਏ, ਕੋਈ ਬੰਦੇ ਉੱਥੇ ਭਾਂਤ-ਭਾਂਤ ਇਕੱਠੇ ਹੋਏ ਹੁੰਦੇ। ਇhtiyat ਵਰਤਣਾ ਚਾਹੀਦਾ ਜੀ। ਬਿਲਕੁਲ ਬਿਲਕੁਲ ਇhtiyat ਵਰਤਿਆ ਹੁੰਦਾ। ਬਕਾਇਆ ਤੌਰ ਤੇ ਸਫਾਈ ਕੀਤੀ ਸੈੱਲ ਦੀ। ਉਹ ਸੈੱਲ ਦੇ ਵਿੱਚ ਇਕੱਲੇ ਨੇ, ਮਜੀਠੀਆ ਸਾਹਿਬ ਉੱਥੇ ਰਹਿ ਰਹੇ ਨੇ, ਬਕਾਇਦਾ ਤੌਰ ਤੇ ਪਾਠ ਕਰ ਰਹੇ ਨੇ, ਕਿਤਾਬਾਂ ਮੰਗਾਈਆਂ ਪੜ੍ਹਨ ਵਾਸਤੇ ਤੇ ਸਭੇ ਜੀਵਨੀਆਂ ਕੁਝ ਜਰਨਲਾਂ ਦੀਆਂ ਪੜ੍ਹਨੀਆਂ ਕਿ ਸਾਨੂੰ ਵੀ ਮਤ ਆ ਜਾਵੇ ਵੀ ਅਸੀਂ ਕੀ ਕਰਦੇ ਕੀ ਨਹੀਂ ਕਰਦੇ। ਲੇਕਿਨ ਪਾਠ ਘਰ 'ਚ ਵੈਸੇ ਹੀ ਬਹੁਤ ਕਰਦੇ ਸੀ, ਕੋਈ ਸ਼ੱਕ ਨਹੀਂ ਚੱਲਦੀ। ਲੇਕਿਨ ਉਹਨਾਂ ਨੇ ਇਹ ਗੱਲ ਕਹਿਣੀ ਕਿ ਮੈਂ ਕਿਸੇ ਨਾਲ ਮੁਲਾਕਾਤ ਨਹੀਂ ਕਰਨੀ, ਇੱਕ ਵਿਲੱਖਣ ਜੀ ਗੱਲ ਹੈ। ਕਿਉਂਕਿ ਸਿਪਾਹ ਸਲਾਹ ਤੇ ਮਗਰ ਤੁਰੇ ਫਿਰਦੇ ਹੋਏ ਨੇ, ਮੇਰੇ ਖਿਆਲ ਘੇਰੇ ਫਿਰਦੇ ਹੋਏ ਨੇ ਕਿ ਸਾਨੂੰ ਕਿਹੜੇ ਰਿਵਾਜ ਵਿੱਚ ਜਾ ਕੇ ਮੁਲਾਕਾਤ ਕਰੀਏ। ਕਿਹੜੇ ਜਰਨੈਲ ਦੀ ਕਿਤਾਬ ਚਾਹੀਦੀ ਹੈ ਤੇ ਕਿਤਾਬਾਂ ਇਕੱਠੀਆਂ ਕਰਦੇ ਫਿਰ ਹੁਣ ਵੀ ਭਾਊ ਜੀ ਨੂੰ ਕਿਤਾਬਾਂ ਇਕੱਠੀਆਂ ਕਰਦੇ। ਪਰ ਹਾਂ ਨਾ ਪੜ੍ਹਾ ਦੇਣ ਜਿਹੜੀਆਂ, ਜੇ ਹਾਂ ਨਾ ਦਿਆ ਉਹ ਜਿਹਦੇ ਤੇ ਸਰਸਾ ਸਾਹਿਬ ਉਸ ਧਰਨਾ ਲਾ ਕੇ ਬੈਠੇ ਆ। ਹੁਣ ਜਿਹੜੀ ਗੱਲ ਕੀਤੀ ਵਿਰਕ ਸਾਹਿਬ ਨੇ, ਮੈਂ ਦੱਸ ਦਿਆਂ ਜੀ, ਵਿਰਕ ਸਾਹਿਬ ਇਹ ਇੱਕ ਨਹੀਂ 4 ਰਾਈਟਰ ਨੇ। ਇੱਕ MS ਮਾਨ ਆ, ਇੱਕ AC ਰੋੜਾ ਵਾ, ਇੱਕ M ਪਾਲ ਲੇਡੀ ਆ ਤੇ ਇੱਕ ਪ੍ਰੋਫੈਸਰ ਮਨਜੀਤ ਸਿੰਘ ਸੋਢੀ ਆ। 4 ਨੇ ਕਿਤਾਬਾਂ ਲਿਖੀਆਂ ਨੇ। ਇਹਨਾਂ ਕਿਤਾਬਾਂ 'ਚ ਹੈ ਕੀ, ਤੁਹਾਨੂੰ ਉਹ ਦੱਸਣ ਲੱਗਾ ਹੁਣ। ਇਹਨਾਂ ਕਿਤਾਬਾਂ 'ਚ ਬਕਾਇਦਾ ਤੌਰ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਵੀ ਉਹਨਾਂ ਨੇ ਹਿੰਦੂ ਧਰਮ ਦੀਆਂ ਰੋਹ ਤੀਤਾਂ ਜਿਹੜੇ ਉਹਨਾਂ ਦੇ ਕੋਈ ਵਿਰੋਧ ਨਹੀਂ ਕੀਤਾ ਤੇ ਕੋਈ ਧਰਮ ਤੇ ਕੋਈ ਸੰਸਥਾ ਨਹੀਂ ਚਲਾਈ ਉਹਨਾਂ ਨੇ। ਜਦੋਂ ਕਿ ਜਿਹੜਾ ਜਨੇਊ ਪਾਉਣ ਤੋਂ ਵਿਰੋਧ ਕਿਹਨੇ ਕੀਤਾ ਸੀ? ਭਾਵੇਂ ਕਿ ਇੱਕ ਵੱਖਰੀ ਗੱਲ ਆ, ਜਿਹੜਾ ਜਨੇਊ ਪਾਉਣ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸੀ ਉਹ ਇਨਕਾਰ ਕੀਤਾ ਸੀ ਤੇ ਉਸੇ ਜਨੇਊ ਨੂੰ ਬਚਾਉਣ ਵਾਸਤੇ ਨਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਦਿੱਤੀ ਸੀ। ਦੂਸਰੀ ਚੀਜ਼, ਗੁਰੂ ਤੇਗ ਬਹਾਦਰ ਜੀ ਬਾਰੇ ਇਹ ਕਿਤਾਬਾਂ ਦੀ ਕਿਤਾਬ ਨੇ ਲਿਖਿਆ ਕਿ ਇੱਕ ਦੇ ਵਿੱਚ ਵੀ ਬਕਾਇਦਾ ਤੌਰ ਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਬੰਗਾਲ ਤੋਂ ਆਉਂਦੇ ਤੇ ਹਾਂਸੀ ਤੇ ਸਤਲੁਜ ਦੇ ਵਿਚਕਾਰ ਬਕਾਇਦਾ ਤੌਰ ਤੇ ਉਹਨਾਂ ਨੇ ਲੁੱਟਾਂ ਖੋਹਾਂ ਕੀਤੀਆਂ, ਡਾਕੇ ਮਾਰੇ, ਕੁੱਟਮਾਰ ਕੀਤੀ ਲੋਕਾਂ ਨੂੰ। तो उत्थे फिर फौजा ने फड़ लिया ते फौजा फड़ के लै गया ते ग्वालियर के किले के बाद 4 टुटे करके टंग दिता गया। गुरु तेग बहादुर साहब, गुरु तेग बहादुर साहब जी। अगली गल करते फिर आपां जी। बाबा बंदा सिंह बहादुर नूं कहा भी वो बंदा जिहड़ा सी वो बकायदा तौर ते बंदा बहादुर नहीं, वो औरतां दी इज्जतां लुट्टण वाला सी, लोकां दी लुੱਟ-ਮਾਰ ਕਰਨ वाला सी, मजलूमां दा खून चूसण वाला सी। ਇਹ ਗੱਲਾਂ ਦੀ ਕਿਤਾਬਾਂ 'ਚ ਲਿਖੀਆਂ ਗਈਆਂ ਨੇ। 152 ਨੰਬਰ ਸਫਾ ਇੱਕ ਕਿਤਾਬ ਦਾ ਉੱਤੇ ਗੱਲਾਂ ਲਿਖੀਆਂ ਨੇ। ਬਾਕੀ ਲੰਮਾ ਕੁਝ ਬੜਾ ਕੁਝ ਹੈਗਾ ਵਾ, ਕਿਤਾਬ ਮਿਲੀ ਜੇ ਪੜਾਂਗੇ ਤੇ ਪਤਾ ਲੱਗੂ ਇੱਥੇ ਕੀ ਹੈਗਾ ਵਾ। ਇਹਨਾਂ ਕਿਤਾਬਾਂ ਨੂੰ ਲੈ ਕੇ ਬਕਾਇਦਾ ਤੌਰ ਤੇ ਅੱਜ ਦੀ ਗੱਲ ਨਹੀਂ,
1997 ਦੇ ਵਿੱਚ ਪਹਿਲੀ ਵਾਰੀ ਇਹਨਾਂ ਨੂੰ +2 ਚ ਪੜ੍ਹਾਉਣ ਦੀ ਪ੍ਰਵਾਨਗੀ ਜਿਹੜੀ ਸੀ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਫਖਰੇ ਕੌਮ ਉਹਨਾਂ ਦਿੱਤੀ ਸੀ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ, 2007 ਤੇ 2012 ਚ ਫਿਰ ਅਕਾਲੀਆਂ ਦਿੱਤੀ ਤੇ 2017 ਚ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ। ਜਦੋਂ ਇਹ ਬਾਹਰ ਨਿਕਲਿਆ ਸਭ ਕੁਝ ਤੇ ਫਿਰ ਸਰਸਾ ਸਾਹਿਬ ਤੁਹਾਨੂੰ ਪਤਾ ਇਹੋ ਜਿਹੇ ਮੋਰਚੇ ਲਾਉਣ ਨੂੰ ਤਕੜੇ ਨੇ। ਜਿਹੜੀ ਗੱਲ ਕੀਤੀ ਵਿਰਕ ਸਾਹਿਬ ਨੇ ਵੀ ਕਿਤਾਬ SGPC ਦੀ, SGPC ਨੇ ਵਿਰਕ ਸਾਹਿਬ 1999 ਦੇ ਵਿੱਚ ਬਕਾਇਦਾ ਤੌਰ ਤੇ 1 ਦੀ 2 ਦੀ ਨੇ ਕਿਹਾ ਜੀ 300 ਕਿਤਾਬਾਂ ਛਪਾਵਾਂਗੀ। ਬੀਬੀ ਜਗੀਰ ਕੌਰ ਨੇ ਕਿਹਾ ਸੀਗਾ। ਉਹਦੇ ਵਿੱਚ ਇੱਕ ਕਿਤਾਬ ਹੈਗੀ ਸੀ ਹਿੰਦੀ ਸਿੱਖ ਇਤਿਹਾਸ, ਜਿਹਦੇ ਵਿੱਚ ਲਿਖਿਆ ਗਿਆ ਸੀ ਜਿਹੜੇ ਗੁਰੂ ਸੀ ਉਹ ਸਿੱਖ ਗੁਰੂ ਸੀ, ਬਲਾਤਕਾਰੀ ਸਨ, ਦਾਸੀਆਂ ਦੇ ਪੇਟੋਂ ਜੰਮੇ ਸੀਗੇ, ਇਹੋ ਜਿਹੀ ਗੱਲਾਂ ਲਿਖੀਆਂ ਸੀ। ਲੁਟੇਰੇ ਲਿਖਿਆ ਸੀ, ਡਾਕੂ ਲਿਖਿਆ ਸੀ ਉਹਨਾਂ ਨੂੰ। ਉਸ ਕਿਤਾਬ ਨੂੰ ਲੈ ਕੇ ਬਕਾਇਦਾ ਤੌਰ ਤੇ ਬਲਦੇਵ ਸਿੰਘ ਸਿਰਸਾ ਨੇ ਜੰਗ ਲੜੀ। 2007 ਦੇ ਵਿੱਚ ਬਕਾਇਦਾ ਤੌਰ ਤੇ ਉਹ ਗਏ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਉਹ ਕਮਿਸ਼ਨ ਆ ਜਿਹਨੂੰ ਅਸੀਂ ਕੋਰਟ ਕਹਿੰਦੇ, ਸਿੱਖਾਂ ਦੀ ਕੋਰਟ ਕਹਿੰਦੇ, ਧਾਰਮਿਕ ਜਿਹੜੇ ਮਸਲੇ ਉੱਥੇ ਲੈ ਕੇ ਲੈ ਜਾਂਦੇ। ਉਹਦੇ ਵਿੱਚ 2014 ਚ ਨਾ ਬਰੀ ਕਰਤਾ ਸਭ ਨੂੰ, ਫਿਰ ਕੁਛ ਹੈ ਹੀ ਨਹੀਂ ਹੈਗਾ। ਉਹ ਅੱਜ ਵੀ ਜਿਹੜਾ ਕੇਸ ਉਹ ਹਾਈ ਕੋਰਟ ਦੇ ਕਲਿਆਣ ਚ ਰੁਲਦਾ ਫਿਰਦਾ। ਲੇਕਿਨ ਸਰਸਾ ਸਾਹਿਬ ਨੇ ਜਿਹੜਾ ਹੁਣ ਮੋਰਚਾ ਬੋਰਡ ਦੇ ਬੂਹੇ ਅੱਗੇ ਰੱਖਿਆ ਵਾ, ਉੱਥੇ ਬਕਾਇਦਾ ਤੌਰ ਤੇ ਇਨਕੁਆਇਰੀ ਹੋਈ। ਇਨਕੁਆਇਰੀ ਅਫਸਰ ਕਹਿੰਦਾ ਨਾ ਪ੍ਰਿੰਟਰ ਦੋਸ਼ੀ ਆ ਨਾ ਰਾਈਟਰ ਦੋਸ਼ੀ ਆ, ਇਹ ਤਾਂ ਸਾਡੇ ਮੁਲਾਜ਼ਮ ਦੋਸ਼ੀ ਨੇ ਜੀ। ਮਤਲਬ ਜਿਹੜੇ ਅਸਲੀ ਦੋਸ਼ੀ ਨਾ ਬਰੀ ਕਰ ਰਿਹਾ। ਇਸ ਕਰਕੇ ਉਹਨਾਂ ਮੋਰਚਾ ਲਾਤਾ ਤੇ ਹੁਣ ਨਵੇਂ ਬਕਾਇਦਾ ਨਵੇਂ ਸਿਰੇ ਇਨਕੁਆਇਰੀ ਹੋ ਰਹੀ ਆ। ਪ੍ਰਗਟ ਸਿੰਘ ਜਿਹੜੇ ਸਾਡੇ ਸਿੱਖਿਆ ਮੰਤਰੀ, ਉਹਨਾਂ ਕਹਿਤਾ ਵੀ 5 ਤਰੀਕ ਤੱਕ ਮੈਂ ਇਹਨਾਂ ਦੀ ਰਿਪੋਰਟ ਮੰਗੀ ਆ। ਰਿਪੋਰਟ ਆਉਣ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਲੇਕਿਨ ਅੱਜ ਉੱਥੇ ਬੜਾ ਵੱਡਾ ਇੱਕ ਇਕੱਠ ਹੋਇਆ। ਉਹ ਇਕੱਠ ਉਸੇ ਤਰ੍ਹਾਂ ਕੀਤਾ ਗਿਆ ਜਿਸ ਤਰ੍ਹਾਂ ਦਾ ਸਿੰਘੂ ਬਾਰਡਰ ਤੇ ਬਕਾਇਦਾ ਤੌਰ ਤੇ ਕਿਸਾਨਾਂ ਦਾ ਇਕੱਠ ਕੀਤਾ ਗਿਆ ਸੀ। ਕਿਸਾਨ ਆਗੂ ਵੀ ਆਏ, ਲੱਖਾ ਸਿਧਾਣਾ ਵੀ ਆਇਆ, ਬਕਾਇਦਾ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਵੀ ਆਇਆ, ਹੋਰ ਵੀ ਕਿਸਾਨ ਆਗੂ ਆਏ। ਅਭਮਨੂ ਜਿਹੜਾ ਹੈਗਾ ਹਰਿਆਣੇ ਤੋਂ ਉਹ ਵੀ ਆਇਆ। ਉਹਨਾਂ ਸਾਰਿਆਂ ਨੇ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇ, ਜੋ ਹੋਏਗਾ ਜੇ ਲੋੜ ਪਈ ਤੇ ਇਸ ਤੋਂ ਵੱਡਾ ਅਸੀਂ ਇਕੱਠ ਕਰਾਂਗੇ ਤੇ ਸਰਕਾਰ ਨੂੰ ਦੱਸਾਂਗੇ ਕੀ ਬਾਤ ਹੋਈ। ਜਦੋਂ ਬੀਬੀ ਜਗੀਰ ਕੌਰ ਪਹਿਲੀ ਵਾਰੀ ਪ੍ਰਧਾਨ ਬਣੇ ਉਦੋਂ ਇਹ ਕਿਤਾਬ ਤੁਸੀਂ ਹਿੰਦੀ ਦੇ ਵਿੱਚ ਛਪਾਈ ਗਈ ਕਿਤਾਬ ਦਾ ਜ਼ਿਕਰ ਕੀਤਾ। ਉਦੋਂ ਵੀ ਰੌਲਾ ਰੱਪਾ ਆਈ ਥਿੰਕ ਬਲਦੇਵ ਸਿੰਘ ਸਿਰਸਾ ਹੋਣਾ ਨੇ ਉਦੋਂ ਚੁੱਕਿਆ ਸੀ ਮਸਲਾ। ਹਾਂਜੀ ਜੀ ਜੀ ਜੀ। 1997-98 ਦੇ ਵਿੱਚ ਜਦੋਂ ਅਸੀਂ ਇਸ ਆਈ ਥਿੰਕ 99 ਦੇ ਵਿੱਚ ਇਹ ਕਿਤਾਬ ਜਿਹੜੀ ਪੂਰੀ ਚਰਚਾ ਸ਼ੁਰੂ ਹੋਈ ਸੀ, 2000 ਦੇ ਆਸ-ਪਾਸ ਅਸੀਂ ਬੀਬੀ ਜੀ ਨਾਲ ਗੱਲਬਾਤ ਕੀਤੀ, ਸਵਾਲ ਪੁੱਛੇ। ਬੀਬੀ ਜੀ ਕਹਿੰਦੇ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਵਾਪਸ ਲੈ ਲਈਆਂ ਗਈਆਂ ਨੇ। ਤੇ ਮੈਂ ਪੁੱਛਿਆ ਸੀਗਾ ਕਿ ਬੀਬੀ ਜੀ ਸਾਰੀਆਂ ਕਿਤਾਬਾਂ ਗਿਣ ਕੇ ਲੈ ਲਈਆਂ ਨੇ ਵਾਪਸ? ਵੇਖੋ ਜੀ, ਇੱਕ ਅੱਧੀ ਹੀ ਜਿਨ੍ਹਾਂ ਨੇ ਤੁਹਾਡੇ ਨਾਲ ਬਹਿਸ ਕਰਨੀ ਹੈ, ਜਿਨ੍ਹਾਂ ਨੇ ਤੁਹਾਨੂੰ ਕਹਿਣਾ ਕਿ ਤੁਹਾਡੇ ਗੁਰੂ ਅਜਿਹੇ ਹੋਏ ਨੇ, ਜਿਹੜੀ ਕਿ ਬਾਣੀ ਦੇ ਵਿੱਚ ਜੇ ਜਨੇਊ ਦੀ ਗੱਲ ਕਰਦੇ ਆ, ਜਿਹੜਾ ਧਰਮ ਆ ਉਹਦੇ ਉੱਤੇ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਜ਼ਿਕਰ, ਫਿਰ ਗੁਰੂ ਨਾਨਕ ਮਹਾਰਾਜ ਨੂੰ ਨਹੀਂ ਬਖਸ਼ਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜਿਹਨੂੰ ਮੰਨ ਲਓ ਕਿ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਕਿ ਉਹਨਾਂ ਨੇ ਕੁਰਬਾਨੀ ਮਨੁੱਖਤਾ ਵਾਸਤੇ ਕੀਤੀ, ਦੁਨੀਆ ਵਾਸਤੇ ਕੀਤੀ, ਉਹਨੂੰ ਨਹੀਂ ਬਖਸ਼ਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਹੀਂ ਬਖਸ਼ਿਆ, ਉਹਨੂੰ ਬਰੀ ਕਰ ਗਈ ਗੰਗੂ ਨੂੰ ਉੱਥੇ ਸੁਸ਼ਮਾ ਸ਼ਰੇਆਮ ਸਾਡੇ ਨਾਲ ਲੀਡਰਾਂ ਦੇ ਧੂਤਿਆਂ ਦੇ ਸਾਹਮਣੇ। ਹਾਂਜੀ, ਉਦੋਂ ਕੋਈ ਨਹੀਂ ਉੱਠਿਆ। ਔਰ ਸਾਡੇ ਇਤਿਹਾਸਕਾਰ ਗੰਗੂ ਨੂੰ ਬਰੀ ਕਰੀ ਜਾਂਦੇ ਨੇ, ਚੰਦੂ ਨੂੰ ਬਰੀ ਕਰੀ ਜਾਂਦੇ ਨੇ। ਔਰ ਗੁਰੂਆਂ ਦੀ ਜਿਹੜੀ ਹਿਸਟਰੀ ਹੈ ਸਾਡੀ ਆਉਣ ਵਾਲੀ, ਸਾਡੇ ਮਤਲਬ ਕਹਿਣ ਤੋਂ ਭਾਵ ਕਿ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ, ਉਹ ਕਿਤਾਬ ਜਿਹਦੇ ਵਿੱਚ ਗੁਰੂਆਂ ਦੇ ਬਾਰੇ ਇੰਨਾ ਮਤਲਬ ਗੰਦਾ ਲਿਖਿਆ ਗਿਆ। ਤੇ ਫਿਰ ਸਾਡੇ ਪੰਥ ਰਤਨ ਫਕਰੇ ਕੌਮ ਪਦਮ ਵਿਭੂਸ਼ਣ ਪੰਜਾਬ ਦੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦੇ ਰਾਜਕਾਲ ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਜੋ ਗੁੜਕਾ ਸਾਹਿਬ ਫੜ ਕੇ ਸਹੁੰ ਖਾਂਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ, ਤੇ ਉਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਮਹਾਰਾਜ ਦਾ ਜਨੇਊ ਬਾਰੇ ਕੀ ਹੈ ਉਹ ਫਿਰ ਲਾਗੂ ਕਰਦੇ ਨੇ। ਕੋਈ ਹੈ ਟਾਈਮ ਇਹਨਾਂ ਕੋਈ ਇਹਨਾਂ ਦੇ ਸਿੱਖਿਆ ਮੰਤਰੀ ਦੇ ਕੋਲੋਂ? ਦਲਜੀਤ ਸਿੰਘ ਚੀਮਾ ਵੀ ਰਹੇ ਨੇ ਸਿੱਖਿਆ ਮੰਤਰੀ, ਹਾਂਜੀ, ਸ਼੍ਰੋਮਣੀ ਅਕਾਲੀ ਦਲ ਦੇ, ਬੜੇ ਪੜ੍ਹੇ ਲਿਖੇ ਨੇ। ਭਈ ਤੁਸੀਂ ਇਹ ਕੀ ਲਿਖਿਆ ਆ, ਕਿੰਨੇ ਲਿਖਿਆ?
ਰਾਈਟਰ ਕਿਵੇਂ ਬੇਗੁਨਾਹ ਹੋ ਸਕਦਾ ਜੀ? ਰਾਈਟਰ ਦੇ ਕਸੂਰਵਾਰ ਆ। ਪ੍ਰਿੰਟਰ, ਚਲੋ ਪ੍ਰਿੰਟਰ ਨੇ ਤੇ ਪੈਸੇ ਲੈਣੇ ਆ, ਪ੍ਰਿੰਟਰ ਨੂੰ ਤਾਂ ਪ੍ਰਿੰਟ ਕਰਕੇ ਤੁਸੀਂ ਕੋਈ ਵੀ ਦੇ ਦਿਓ ਕਿ ਆ ਪ੍ਰਿੰਟ ਕਰਕੇ ਚੀਜ਼ ਦੇ ਦੇ ਮੈਨੂੰ, ਉਹਨੇ ਦੇ ਦਿੱਤੀ। ਰਾਈਟਰ ਕਿਉਂ ਨਹੀਂ ਗੁਨਾਹ? ਲਾਗੂ ਕਰਨ ਵਾਲਾ ਕਿਉਂ ਨਹੀਂ ਗੁਨਾਹਗਾਰ? ਗੁਨਾਹਗਾਰ ਨੇ। ਸੋ ਪਰ ਇਹ ਕਿ ਵੀ ਇਹਨਾਂ ਦੀ ਕੀ ਮਜਬੂਰੀ ਰਹੀ ਆ, ਵੇਖਣ ਵਾਲੀ ਗੱਲ ਆ। ਚਲੋ ਸ਼੍ਰੋਮਣੀ ਕਮੇਟੀ ਨੇ ਛਾਪੀ, ਉਹਨਾਂ ਦੀ ਕੀ ਮਜਬੂਰੀ ਰਹੀ ਆ, ਤੇ ਜਿਨ੍ਹਾਂ ਨੇ ਲਾਗੂ ਕੀਤਾ ਉਹਨਾਂ ਦੀ ਕੀ ਮਜਬੂਰੀ ਰਹੀ ਆ ਕਿ ਆਹ ਇਤਿਹਾਸ ਪੜ੍ਹਾ ਦਿਓ ਬੱਚਿਆਂ ਨੂੰ। ਕੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਤੁਹਾਡੀ, ਜਿਹੜੀ ਸਿੰਘ ਫਸਣਗੇ ਨਹੀਂ। ਸੋ ਇਹ ਵੀ ਪਤਾ ਲੱਗਾ ਹੈ ਕਿ ਇਹ ਹੁਣ ਕਿਸਾਨੀ ਮੋਰਚੇ ਵਾਂਗੂ ਚਲਾਉਣ ਦਾ ਪ੍ਰਣ ਲਿਆ ਹੈ ਉੱਥੇ। ਬਿਲਕੁਲ ਜੀ ਬਿਲਕੁਲ। ਅੱਜ ਉਹਨਾਂ ਨੇ ਉਸੇ ਤਰੀਕੇ ਨਾਲ ਚਲਾਇਆ ਸਾਰਾ। ਅੱਜ ਜਿਹੜਾ ਬੋਰਡ ਦੇ ਦਫ਼ਤਰ ਦੇ ਬਾਅਦ ਇਹਨਾਂ ਧਰਨਾ ਲਾਇਆ ਵਾ, ਉਸੇ ਟਰਾਲੀਆਂ ਦੇ ਵਿੱਚ ਬਕਾਇਦਾ ਤੌਰ ਤੇ ਆਪਣੇ ਮੋਰਚੇ ਲਾਏ ਨੇ। ਉਸੇ ਤਰ੍ਹਾਂ ਲੰਗਰ ਜਿਹੜੇ ਬਾਬਾ ਸੁੱਚਾ ਸਿੰਘ ਸ਼ਾਇਦ ਅੱਗੇ ਆਨੰਦਗੜ੍ਹ ਵਾਲੇ ਉਹ ਪਹੁੰਚਾ ਰਹੇ ਨੇ। ਲੰਗਰ ਦੀ ਕੋਈ ਦਿੱਕਤ ਨਹੀਂ ਆ ਰਹੀ, ਸੰਗਤ ਵੱਡੀ ਗਿਣਤੀ 'ਚ ਆ ਰਹੀ ਹੈ, ਬੀਬੀਆਂ ਵੱਡੀ ਗਿਣਤੀ 'ਚ ਗਈਆਂ। ਉਸ ਪੈਟਰਨ ਤੇ ਚਲਾਇਆ ਜਾਏ। ਜਦੋਂ 7 ਜਨਵਰੀ ਸ਼ੁਰੂ ਕੀਤਾ ਗਿਆ ਸੀ ਉਦੋਂ ਇੰਨਾ ਹੁੰਗਾਰਾ ਨਹੀਂ ਸੀ ਮਿਲਿਆ, ਲੇਕਿਨ ਅੱਜ ਕਾਫੀ ਹੁੰਗਾਰਾ ਮਿਲਿਆ ਉਹਨਾਂ ਨੂੰ, ਤੇ ਉਹ ਇਸ ਗੱਲ ਤੋਂ ਕਹਿੰਦੇ ਵੀ ਗਾਹ ਅਸੀਂ ਇਹਨੂੰ ਹੋਰ ਚਲਾਵਾਂਗੇ। ਹੁਣ ਸਰਕਾਰ ਇੱਥੇ ਕੀ ਐਕਸ਼ਨ ਲੈਂਦੀ ਹੈ, ਕੁਝ ਕਰਦੀ ਕਿ ਨਹੀਂ ਕਰਦੀ ਹੈ, ਤੇ ਸਮੇਂ ਦੀ ਬੁੱਕਲ ਚੁੱਕਿਆ। ਕੋਈ ਸਰਕਾਰ ਚਾਹੀ ਕੋਈ ਨਹੀਂ ਇਸ ਵੇਲੇ, ਜਿਹਨੇ ਕਰਨੀ ਫਾਰਮੈਲਿਟੀ ਕਰ ਰਹੀ ਹੈ। ਗੁਰੂ ਸਾਹਿਬਾਨਾਂ ਦੇ ਬਾਰੇ ਇੰਨਾ ਬੇਹੂਦਾ ਲਿਖਿਆ ਗਿਆ, ਤੇ ਸਾਡਾ ਜਿਹੜਾ ਸੰਤ ਸਮਾਜ ਹੈ ਉਹਦੀ ਕੀ ਭੂਮਿਕਾ ਇੱਥੇ? ਉਹਨਾਂ ਨੂੰ ਕੋਈ ਗੁਰੂਆਂ ਦੇ ਨਾਲ ਲੈਣ ਦੇਣ ਨਹੀਂ। ਉਹਨਾਂ ਦੇ ਮਤਲਬ ਜੋ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਜਾਂ ਉਹਨਾਂ ਬਾਰੇ ਬੇਹੂਦਾ ਲਿਖਿਆ ਜਾ ਰਿਹਾ, ਸੰਤ ਸਮਾਜ ਦੀ ਭੂਮਿਕਾ ਕੀ ਹੈ ਇਸ ਵਕਤ? ਨਿਲ ਭੂਮਿਕਾ ਜੀ। ਸੰਤਾਂ ਦੀ ਭੂਮਿਕਾ ਹੈਗੀ ਆ, ਸੰਤ ਸਮਾਜ ਦੀ ਭੂਮਿਕਾ ਨਿਲ ਹੈ ਜੀ। ਸੰਤਾਂ ਦੀ ਹੈਗੀ ਹੈ, ਸੰਗਤਾਂ ਦੀ ਹੈਗੀ ਹੈ। ਜਿਹੜੇ ਸੰਤ ਨੇ ਅਸਲੀ ਜਿਹੜੇ ਹੋਣਗੇ, ਚਲੋ ਕੌਮ ਦੇ ਕੁਝ ਦਰਦ ਰੱਖਣ ਵਾਲੇ, ਉਹਨਾਂ ਦੀ ਹੈਗੀ ਆ, ਪਰ ਸੰਤ ਸਮਾਜ ਦੀ ਕੋਈ ਨਹੀਂ। ਦੇਖ ਲਓ, ਜਿੱਥੋਂ ਤੱਕ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ, ਆਹ ਵਾ ਤੁਹਾਡੀ ਕੌਮ ਦੇ ਸਾਧ ਤੇ ਸੰਤ। ਹਾਂਜੀ, ਦਿੱਲੀੋਂ ਹੁਕਮ ਆ ਜਾਏ ਤੇ ਫਿਰ ਤਾਂ ਉੱਥੇ ਪਹੁੰਚਣਗੇ ਸਾਰੇ ਐਨ ਟੌਪ ਦਾ। ਇਹਨਾਂ ਦੀ ਕੀ ਮਜਬੂਰੀ ਆ, ਉਹ ਤੁਸੀਂ ਦੱਸ ਸਕਦੇ ਹੋ। ਜੇ ਕਿਸੇ ਕੋਲ ਸਵਾਲ ਜਵਾਬ ਹੋਵੇ ਤਾਂ ਪਲੀਜ਼ 9058131320 ਵਤਨੋਂ ਦੂਰ ਤੁਸੀਂ ਇਸ ਵਕਤ ਸੁਣ ਰਹੇ ਹੋ ਸੁਖੀ ਨਿੱਜਰ ਹੋਣਾ ਦੀ ਗੈਰ ਹਾਜ਼ਰੀ ਦੇ ਵਿੱਚ। ਤੇ ਮੈਂ ਉਮੀਦ ਰੱਖਦਾ ਆਪ ਜੀ ਨੂੰ ਉਸ ਤਰ੍ਹਾਂ ਇੱਦਾਂ ਤਾਂ ਨਹੀਂ ਮੈਂ ਕਰ ਸਕਿਆ ਜਿਸ ਤਰੀਕੇ ਦੇ ਨਾਲ ਸੁਖੀ ਜੀ ਕਰਦੇ ਨੇ, ਬੈਟਰ ਕਰਦੇ ਹੋ। ਔਰ ਪਰ ਅਸੀਂ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਹਾਂ। ਉਹਨਾਂ ਦੇ ਵਪਾਰੀ ਸੱਜਣਾਂ ਦੇ ਵੀ ਸੁਨੇਹੇ ਜਿੰਨੇ ਮੇਰੇ ਤੱਕ ਅਸੀਂ ਮੈਂ ਪਹੁੰਚਾ ਦਿੱਤੇ ਨੇ। ਕੋਈ ਰਹਿ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ। ਸੋ ਕੱਲ੍ਹ ਨੂੰ ਪ੍ਰੋਪਰ ਉਹਨਾਂ ਦੇ ਨੁਮਾਇੰਦੇ ਹਾਜ਼ਰ ਹੋਣਗੇ, ਪੱਤਰਕਾਰ ਉਹਨਾਂ ਦੇ ਹਾਜ਼ਰ ਹੋਣਗੇ, ਉਹਨਾਂ ਦੀ ਟੀਮ ਹਾਜ਼ਰ ਹੋਵੇਗੀ। ਜੇ ਮੇਰੀ ਡਿਊਟੀ ਲੱਗੀ ਤਾਂ ਫਿਰ ਕਸਰ ਨਹੀਂ ਕੋਈ ਰਹਿਣ ਦੇਵਾਂਗੇ, ਤਿਆਰੀ ਕਰਕੇ ਬੈਠਾਂਗੇ। ਅੱਛਾ, BBMB ਵਿੱਚ ਪੰਜਾਬ ਤੇ ਹਰਿਆਣਾ ਦੀ ਨੁਮਾਇੰਦਗੀ ਖਤਮ ਕਰਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ KP ਸਿੰਘ ਨੇ ਦਿੱਤਾ ਰਾਜਪਾਲ ਨੂੰ ਮੰਗ ਪੱਤਰ। BBMB ਬੋਰਡ ਨੇ ਕਿਹਾ ਕਿ ਕੋਈ ਵੀ ਮੈਂਬਰ ਨਹੀਂ ਹਟਾਇਆ ਗਿਆ। ਇਹ ਵੀ ਬੜਾ ਵੱਡਾ ਵਿਸ਼ਾ। ਬਿਲਕੁਲ ਬਿਲਕੁਲ। ਗੱਲ ਇਹ ਆ ਕਿ BBM ਬੋਰਡ ਵਿੱਚ ਜੋ ਮਰਜ਼ੀ ਕਹੀ ਜਾਵੇ, ਸਰਕਾਰਾਂ ਦੇ ਫੈਸਲੇ ਲੈਣੇ ਤੇ ਸਰਕਾਰਾਂ ਨੇ ਹਟਾਉਣੇ, ਸਰਕਾਰਾਂ ਨੇ ਲਾਉਣੇ। ਹੁਣ ਸਰਕਾਰ ਇਹ ਕਹਿ ਰਹੀ ਆ ਕਿ ਪੰਜਾਬ ਦੇ ਹਰਿਆਣੇ ਦੇ ਵਿੱਚੋਂ ਹਾਈਡਲ ਪ੍ਰੋਜੈਕਟ ਤੇ ਸਾਨੂੰ ਉਹੋ ਜਿਹੇ ਬੰਦੇ ਨਹੀਂ ਮਿਲ ਰਹੇ। ਤੇ ਭਾਈ ਜੇ ਪਿਛਲੇ 60 ਸਾਲ ਦੇ ਵਿੱਚ 70 ਸਾਲ ਦੇ ਉੱਤੇ ਚੱਲਦਾ ਰਿਹਾ ਤੇ ਝਾਉਗਾ ਵੀ ਚੱਲਦਾ ਰਹੂਗਾ, ਕੋਈ ਗੱਲ ਨਹੀਂ ਮਿਲਦੀ। ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਸੀ ਪਾਵਰ ਪੰਜਾਬ ਕੋਲੇ ਸੀ, ਇਰੀਗੇਸ਼ਨ ਹਰਿਆਣੇ ਕੋਲੇ ਸੀ, ਰਾਜਸਥਾਨ ਦਾ ਬਦਲ 'ਚ ਸੱਜੇਗਾ ਸੀਗਾ। BBMB ਵੀ ਇਕੱਲਾ ਭਾਖੜਾ ਨਹੀਂ, ਕਈ ਹੋਰ ਡੈਮਾਂ ਦੇ ਪ੍ਰਬੰਧ ਕਰਦਾ ਬੰਦਾ, ਪੌਂਗ ਡੈਮ ਦਾ ਪ੍ਰਬੰਧ ਕਰਦਾ, ਹੋਰ 2-3 ਡੈਮ ਹੈਗੇ ਪ੍ਰਬੰਧ ਕਰਦਾ ਹੈ। ਇਕੱਲਾ ਇਹ ਨਹੀਂ ਕਰਦਾ, ਭਾਖੜਾ ਦਾ ਕਰਦਾ। ਉਹਦੇ ਵਿੱਚੋਂ ਤੁਸੀਂ ਹਰਿਆਣੇ ਦੀ ਤੇ ਪੰਜਾਬ ਦੀ ਨੁਮਾਇੰਦਗੀ ਜੇ ਖਤਮ ਕਰ ਰਹੇ, ਇਹਦਾ ਮਤਲਬ ਤੁਸੀਂ ਇੱਕ ਹੋਰ ਅਪਰਾਧ ਕਰਨ ਜਾ ਰਹੇ। ਸੈਂਟਰ ਸਰਕਾਰ ਨੂੰ ਇਹ ਕਹਿ ਦੇਣਾ ਵੀ ਦੇਖੋ ਜੀ ਅਸੀਂ ਤੇ ਇਹ ਤੁਹਾਨੂੰ ਵੀ ਨਹੀਂ ਮਿਲ ਰਹੇ, ਬਾਹਰੋਂ ਲਾਵਾਂਗੇ। ਹੁਣ ਸੈਂਟਰ ਸਰਕਾਰ ਦੀ ਜਦੋਂ ਢਿੱਲੀ ਟੈਟ ਕੀਤੀ ਆ ਤੇ ਬੋਰਡ ਕੋਲੋਂ ਖਾ ਦਿੱਤਾ ਵੀ ਤੁਸੀਂ ਕਹਿ ਦਿਓ ਜੀ ਕੋਈ ਤਬਦੀਲੀ ਨਹੀਂ ਕੀਤੀ, ਕਿ ਉਸ ਤਰ੍ਹਾਂ ਮੈਂਬਰ ਲੱਗੇ ਰਹਿਣਗੇ। ਟੀਕਲ ਹੁੰਦੇ ਤੁਸੀਂ ਪਹਿਲਾਂ ਕੰਮ ਕੀਤਾ ਤਾਂ ਆਪ ਨਹੀਂ ਕਹਿ ਸਕਦੇ, ਆਪ ਕਹੋ ਤੁਸੀਂ ਇਹ ਗੱਲ ਕਿ ਵਾਕਿਆ ਜੀ ਅਸੀਂ ਵਾਪਸ ਲੈਣੇ ਆਰਡਰ ਜਿਹੜੇ ਕੀਤੇ। ਜੀ ਹਰਿਆਣਾ ਸਰਕਾਰ ਨੂੰ ਬੋਲਣ ਦੀ ਕੋਈ ਲੋੜ ਨਹੀਂ ਹੈਗੀ। ਜੀ ਹਰਿਆਣਾ ਸਰਕਾਰ ਨਹੀਂ ਬੋਲ ਰਹੀ, ਕਿਉਂਕਿ ਉੱਥੇ BJP ਦੀ ਸਰਕਾਰ, ਉੱਥੇ ਵਿਰੋਧੀ ਤਾਂ ਜਿਹੜੀ ਕਾਂਗਰਸ ਉਹ ਬੋਲ ਰਹੀ ਹੈ। ਪੰਜਾਬ ਦੇ ਵਿੱਚ ਬਕਾਇਦਾ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੱਤਰ ਲਿਖਿਆ ਪ੍ਰਧਾਨ ਮੰਤਰੀ ਨੂੰ ਵੀ ਤੁਸੀਂ ਗਲਤ ਕਰ ਰਹੇ। ਜੀ ਬਕਾਇਦਾ ਤੌਰ ਤੇ KP ਸਿੰਘ ਜਿਹੜੇ ਸਾਡੇ ਹੈਗੇ ਜਿਹੜੇ ਰਾਜ ਆਪਣੇ ਹੈਗੇ ਸਪੀਕਰ ਨੇ, ਸਪੀਕਰ ਉਹਨਾਂ ਚ ਸਪੀਕਰ ਦਾ ਜਿੰਨ ਚਿਰ ਅਗਲੀ ਵਿਧਾਨ ਸਭਾ ਦਾ ਬਣ ਜੀ ਉਹਨੇ ਸਪੀਕਰ ਰਹਿਣਾ, ਉਹਦੀ ਕਾਰ ਤੇ ਝੰਡੀ ਰਹਿਣੀ, ਉਹਨੂੰ ਸਰਕਾਰੀ ਕਾਰ ਮਿਲਣੀ। ਜੀ
ਇਸ ਕਰਕੇ ਉਹ ਜਾ ਕੇ ਰਾਜਪਾਲ ਨੂੰ ਕਿਹਾ ਜੀ ਤੁਸੀਂ ਇੱਥੇ ਐਕਸ਼ਨ ਲਓ, ਕੋਈ ਲੋਕੀ ਗੱਲ ਕਰੋ, ਤੁਸੀਂ ਸੈਂਟਰ ਸਰਕਾਰ ਨਾਲ ਰਾਬਤਾ ਕਰੋ ਕਿ ਸਾਡਾ ਜਿਹੜਾ ਨੁਮਾਇੰਦਗੀ ਉਹ ਖਤਮ ਨਾ ਕੀਤੀ ਜਾਵੇ, ਕਿ ਪੰਜਾਬ 'ਚ ਰਹਿਣਾ ਬੜਾ ਵੱਡਾ ਯੋਗਦਾਨ। 113 ਕਰੋੜ ਰੁਪਇਆ ਖਰਚਿਆ ਸੀ ਉਹਨਾਂ ਦੇ ਵਿੱਚ ਅਸੀਂ। ਜੀ ਜੀ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਹਿ ਦਿੱਤਾ ਸੀ ਵੀ ਸਾਡੇ ਕੋਲ ਪੈਸੇ ਨਹੀਂ ਕਿ ਆਪਣਾ ਪ੍ਰਬੰਧ ਆਪ ਕਰ ਲਓ। ਇਸ ਕਰਕੇ ਜੇ ਤੁਸੀਂ ਨੁਮਾਇੰਦਗੀ ਪਰ ਪੈਸੇ ਪੰਜਾਬ ਨੇ ਖਰਚੇ, ਲੇਬਰ ਪੈਸੇ ਸਰਕਾਰ ਨੇ ਖਰਚੇ, ਪੰਜਾਬ ਨੇ ਖਰਚੇ, ਉਸ ਵੱਡੇ ਜਿਹੜੇ ਖੁੱਲੇ ਵੱਡੇ ਪੰਜਾਬ ਨੇ, ਤੇ ਅੱਜ ਤੁਸੀਂ ਉਹਨਾਂ ਦੀ ਪੰਜਾਬ ਤੇ ਹਰਿਆਣੇ ਦੀ ਨੁਮਾਇੰਦਗੀ ਖਤਮ ਕਰ ਰਹੇ ਹੋ। ਕਿੱਥੇ ਲਿਖਿਆ ਜੀ? ਇਹ ਜੇ ਇਹਨਾਂ ਨਾ ਕੀਤਾ ਤੇ ਕੰਮ ਵਧੇਗਾ ਘਟੇਗਾ ਨਹੀਂ ਜੀ। ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਸਮਾਂ ਹੋ ਗਿਆ। ਥੈਂਕ ਯੂ ਵੈਰੀ ਮੱਚ, ਔਰ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।